ਚੱਲ ਰਿਹਾ ਹੈ ਸਤੰਬਰ ਮਹੀਨੇ ਤੋਂ ਲੈ ਕੇ ਆਪਾਂ ਨੂੰ ਪਤਾ ਦੇਖੋ ਕਿੰਨੇ ਮਹੀਨੇ ਹੋ ਗਏ ਜੀ, ਤੇ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਅੱਜ ਕਿਵੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਸਾਡੇ ਜੋ ਕਿਸਾਨ ਬਜ਼ੁਰਗ ਮਾਈਆਂ ਭੈਣਾਂ ਬੱਚੇ ਦੇਖੋ ਪੋਹ ਦਾ ਮਹੀਨਾ ਠੰਡ ਪੈਂਦੀ ਹੈ ਧੁੰਦ ਪੈਂਦੀ ਹੈ ਭਾਵੇਂ ਕਿ ਆਪਣੇ ਸਿਦਕ ਦੇ ਵਿੱਚ ਪ੍ਰਪੱਕ ਨੇ ਕਿਉਂਕਿ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਅਸੀਂ ਤਾਂ ਬਹੁਤ ਵਾਰ ਗੱਲ ਕੀਤੀ ਹੈ ਵੀ ਸਰਸਾ ਦੇ ਕੰਢੇ ਨੂੰ ਧਿਆਨ ਵਿੱਚ ਲਿਆਉਂਦਿਆਂ ਹੀ ਠੰਡ ਲੱਗਣੋਂ ਹਟ ਜਾਂਦੀ ਹੈ ਠੰਡੇ ਬੁਰਜ ਵਿੱਚ ਨਿਕੜੇ ਬਾਬੇ ਦਾ ਧਿਆਨ ਧਰਦਿਆਂ ਹੀ ਠੰਡ ਲੱਗਣੋਂ ਹਟ ਜਾਂਦੀ ਹੈ ਜੀ ਭਾਵੇਂ ਕਿ ਕੋਈ ਸ਼ੱਕ ਨਹੀਂ ਇਹਦੇ ਵਿੱਚ ਸਿਦਕ ਵਿੱਚ ਪ੍ਰਪੱਕ ਨੇ ਉੱਥੇ ਪਰ ਫਿਰ ਵੀ ਸਰਕਾਰ ਦਾ ਫਰਜ਼ ਤਾਂ ਬਣਦਾ ਹੈ ਨਾ ਕਿ ਦੇਖਣ ਦਾ ਵੀ ਬਜ਼ੁਰਗ ਬੱਚੇ ਮਾਈਆਂ ਕਿਵੇਂ ਠੰਡ 'ਚ ਬੈਠੇ ਆ ਜੀ ਕਿਵੇਂ ਠੰਡ ਵਿੱਚ ਮੌਤਾਂ ਵੀ ਹੋ ਰਹੀਆਂ ਪਰ ਇਹ ਕੇਂਦਰ ਸਰਕਾਰ ਹੈ ਜਿਹੜੀ ਮੋਦੀ ਦੀ ਸਰਕਾਰ ਹੈ ਨਾ ਇਹ ਕਿੰਨੀ ਬੇਰਹਿਮ ਹੈ ਕਿੰਨੀ ਬੇਤਰਸ ਹੈ ਕਿੰਨੀ ਪੱਥਰ ਦਿਲ ਹੈ ਜਿਨ੍ਹਾਂ ਪੱਥਰ ਦਿਲਾਂ ਦੇ ਉੱਤੇ 70 ਤੋਂ ਵੱਧ ਮੌਤਾਂ ਹੋ ਚੁੱਕੀਆਂ ਕਿੰਨੇ ਪਤਾ ਨਹੀਂ ਉੱਥੇ ਬਿਮਾਰ ਹੋਏ ਹੋਣਗੇ ਸਾਡੇ ਬਜ਼ੁਰਗ ਉਹ ਤਾਂ ਕੋਈ ਲਿਸਟ ਹੈ ਨਹੀਂ ਕਿੰਨੇ ਬਜ਼ੁਰਗ ਬੱਚੇ ਇੱਕੋ ਠੰਡ ਦੇ ਕਾਰਨ ਸਰੀਰਕ ਨਿਯਮ ਤਾਂ ਹੁੰਦਾ ਹੀ ਹੈ ਨਾ ਪਰ ਉਹ ਤਾਂ ਕੋਈ ਪਤਾ ਨਹੀਂ ਪਰ 70 ਤੋਂ ਵੱਧ ਮੌਤਾਂ ਹੋ ਚੁੱਕੀਆਂ ਇਹ ਪੱਥਰ ਦਿਲ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਉਹ ਦੂਜੇ ਪਾਸੇ ਦੇਖੋ ਉੱਥੇ 4 ਬੰਦੇ ਮਰੇ ਆ ਅਮਰੀਕਾ ਟਰੰਪ ਦੇ ਉਸ ਨਾਲ ਬਿਲਕੁਲ ਰੌਲਾ ਪੈ ਗਿਆ ਜੋ ਟਰੰਪ ਨੇ ਕਹਿ ਲੋ ਭੜਕਾਊ ਭਾਸ਼ਣ ਦਿੱਤਾ ਸੀ ਜੋ ਤੇ ਉੱਥੇ ਦੇਖੋ ਅੱਜ ਕੀ ਹਾਲ ਹੋਇਆ ਪਿਆ ਮਹਾ ਦੋਸ਼ ਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਟਰੰਪ ਦੇ ਉੱਤੇ ਮਹਾ ਦੋਸ਼ ਲਾਉਣ ਦੀਆਂ ਤਿਆਰੀਆਂ 4 ਮੌਤਾਂ ਹੋਈਆਂ ਸਿਰਫ ਦੇਖੋ ਕਿੱਥੋਂ ਤੱਕ ਢਾਂਚਾ ਹੱਲ ਗਿਆ ਉਹਨਾਂ ਦਾ ਤੇ ਸਾਡੇ 70 ਤੋਂ ਉੱਤੇ ਮੌਤਾਂ ਹੋ ਗਈਆਂ ਬਿਲਕੁਲ ਆ ਦੇਖੋ ਆ ਸਾਡਾ ਲੋਕਤੰਤਰ ਸੋ ਇਹ ਜਿਹੜਾ ਜੋ ਇਹ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਚਲੋ ਹੁਣ ਸੁਪਰੀਮ ਕੋਰਟ ਨੇ ਇਹਦੇ ਵਿੱਚ ਦਖਲ ਦੇਣਾ ਸ਼ੁਰੂ ਕੀਤਾ ਆਪਾਂ ਨੂੰ ਪਤਾ ਹੈ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੇਂਦਰ ਸਰਕਾਰ ਤੇ ਕੀਤੀਆਂ ਵੈਸੇ ਤੋਂ ਬਹੁਤ ਨਿਰਾਸ਼ ਹੈ ਤੁਸੀਂ ਇੰਨੇ ਸਮੇਂ ਦੇ ਇਹ ਮਸਲਾ ਹੱਲ ਨਹੀਂ ਕਰ ਸਕੇ ਉੱਥੇ ਕਿਸ ਤਰ੍ਹਾਂ ਮੌਤਾਂ ਹੋ ਰਹੀਆਂ ਕਿਸ ਤਰ੍ਹਾਂ ਕਿਸਾਨ ਠੰਡ 'ਚ ਬੈਠੇ ਆ ਕਿਸ ਤਰ੍ਹਾਂ ਕੇਂਦਰ ਸਰਕਾਰ ਨੂੰ ਫਟਕਾਰ ਪਾਈ ਹੈ ਕੋਈ ਸ਼ੱਕ ਨਹੀਂ ਪਰ ਮੈਂ ਕੀ ਕਹਿਣ ਲੱਗਿਆ ਪਰ ਇਹ ਮੈਨੂੰ ਕਹਿਣਾ ਪਊਗਾ ਕਿ ਸਾਡੀ ਮਾਣਯੋਗ ਸੁਪਰੀਮ ਕੋਰਟ ਨੇ ਕਮੇਟੀ ਉਹ ਬਣਾਈ ਹੈ 4 ਬੰਦਿਆਂ ਦੀ ਜਿਹੜੇ ਚਾਰੋਂ ਇਹ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਆਰਟੀਕਲ ਲਿਖਦੇ ਰਹੇ ਨੇ ਬਿਲਕੁਲ ਬਿਲਕੁਲ ਕਮੇਟੀ ਉਹ ਬਣਾਈ ਹੈ ਚਾਰੋਂ ਸੋ ਇਹ ਨਾਂ ਕਿਹਨੇ ਸੁਝਾਏ ਜਾਂ ਕਿੱਦਾਂ ਇੱਕਦਮ ਇਹ ਚਾਰੇ ਨਾਂ ਪਏ ਜਾਂ ਕੇਂਦਰ ਸਰਕਾਰ ਨੇ ਨਾਂ ਭੇਜਿਆ ਕਿਹਦੇ ਨਾਲ ਸਲਾਹ ਮਸ਼ਵਰਾ ਕੀਤਾ ਇਹ ਤਾਂ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਹੀ ਦੱਸ ਸਕਦੇ ਆ ਕਿ ਚਲੋ ਵੀ ਕਿੱਦਾਂ ਇਹ ਕਮੇਟੀ ਬਣੀ ਪਰ ਇਹ ਕਮੇਟੀ ਵਿੱਚ ਇਹ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਜੋ ਮੈਂ ਸੁਣੇ ਕਿ ਇਹ ਚਾਰੋਂ ਉਹ ਸ਼ਖਸ ਨੇ ਕਮੇਟੀ ਦੇ ਵਿੱਚ ਜਿਹੜੇ ਪਹਿਲਾਂ ਇਹਨਾਂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਬੋਲਦੇ ਰਹੇ ਆ ਹੱਕ ਵਿੱਚ ਲਿਖਦੇ ਰਹੇ ਆ ਜੀ ਬਿਲਕੁਲ ਤੇ ਇਸ ਕਰਕੇ ਕਮੇਟੀ ਬਣਦਿਆਂ ਹੀ ਕਿਸਾਨ ਜਥੇਬੰਦੀਆਂ ਨੇ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਭਾਵ ਇਹਦੇ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੱਸੋ ਹੁਣ ਮਸਲਾ ਹੱਲ ਕਿਵੇਂ ਹੋਊ ਤੁਸੀਂ ਜਿਹੜੀ ਆਪਣਾ ਭਾਈ ਪੰਥਪ੍ਰੀਤ ਸਿੰਘ ਜੀ ਜਿਹੜੀ ਕਮੇਟੀ ਬਣਾਈ ਗਈ ਹੈ ਬੰਦੇ ਵੀ ਉਹ ਲੈ ਗਏ ਨੇ ਜਿਹੜੇ ਬੰਦੇ ਕਾਨੂੰਨਾਂ ਦੇ ਹੱਕ 'ਚ ਬੋਲਦੇ ਰਹੇ ਨੇ ਪਹਿਲਾਂ ਫਿਰ ਤੁਸੀਂ ਇਸ ਕਮੇਟੀ ਨੂੰ ਕਿਵੇਂ ਦੇਖਦੇ ਜੇ ਇੱਕ ਨਵਾਂ ਛਲਾਵਾ ਖੜਾ ਕੀਤਾ ਜਾ ਰਿਹਾ ਜਾਂ ਕੀ ਗੱਲ ਹੈ ਇਹ ਲੱਗਦਾ ਵੀ ਕੇਂਦਰ ਸਰਕਾਰ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕੋਈ ਖੇਡ ਰਹੀ ਹੈ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕਿਉਂਕਿ ਦੇਖੋ ਸਾਡੀ ਸੁਪਰੀਮ ਕੋਰਟ ਹੈ ਦੇਖੋ ਆਮ ਤੌਰ ਦੇ ਉੱਤੇ ਕਹ ਲਓ ਵੀ ਆਦਰ ਸਤਿਕਾਰ ਹੁੰਦਾ ਹੀ ਹੈ ਜੀ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਖੁੱਲੀ ਆਲੋਚਨਾ ਤਾਂ ਹੋਣੀ ਨਹੀਂ ਆਪਾਂ ਸੁਪਰੀਮ ਕੋਰਟ ਦਾ ਲਓ ਆਸਰਾ ਤੇ ਨਾਲ ਮਤਲਬ ਦੇਖੋ ਇਹ ਹੈ ਵੀ ਏਜੰਸੀਆਂ ਵੱਲੋਂ ਇਹ ਫੈਲਾਇਆ ਜਾ ਰਿਹਾ ਹੈ ਕਿੱਦਾਂ ਦਾ ਤੁਸੀਂ ਸੁਣਿਆ ਹੋਣਾ ਕਹਿੰਦੇ ਜੀ SFJ ਕਹਿੰਦੇ ਉਹ ਕਹਿੰਦੇ ਸ਼ਾਮਲ ਹੋ ਗਈ SFJ ਮੈਂ ਦੱਸ ਦੇਵਾਂ ਕਈਆਂ ਨੂੰ ਨਾ ਮਤਲਬ ਸਮਝ ਆਵੇ ਜਾਨੀ ਕਿ ਜੋ ਸਿੱਖ ਫਾਰ ਜਸਟਿਸ ਹੈ ਜੋ ਸਿੱਖ ਫਾਰ ਜਸਟਿਸ ਹੈ ਉਹ ਕਹਿੰਦੇ ਵਿੱਚ ਸ਼ਾਮਲ ਹੋ ਗਈ ਜੀ ਇਹਦੇ ਵਿੱਚ ਸ਼ਾਮਲ ਜਦ ਕਿ ਗਰਾਊਂਡ ਲੈਵਲ ਦੇ ਉੱਤੇ ਸੱਚਾਈ ਹੈ ਕਿ ਕਿਸੇ ਵੀ ਕਿਸਾਨ ਜਥੇਬੰਦੀ ਦਾ SFJ ਦੇ ਨਾਲ ਕੋਈ ਸੰਬੰਧ ਨਹੀਂ ਬਿਲਕੁਲ ਜੀ ਗਰਾਊਂਡ ਲੈਵਲ ਤੇ ਸੱਚਾਈ ਮੈਂ ਹਾਂ ਸੋਸ਼ਲ ਮੀਡੀਆ ਤੇ ਕਿਸੇ ਨੇ ਕੁਝ ਪਾਤਾ ਹੋਵੇ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਪਰ ਗਰਾਊਂਡ ਲੈਵਲ ਦੀ ਸੱਚਾਈ ਇਹ ਹੈ
ਔਰ ਇਹ ਜਾਣ ਬੁੱਝ ਕੇ ਇਸ ਨੂੰ ਕਹਿਣ ਦਾ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹੈ। ਜਾਣ ਬੁੱਝ ਕੇ ਏਜੰਸੀਆਂ ਖਬਰਾਂ ਫੈਲਾ ਰਹੀਆਂ ਵੱਡੇ ਪੱਧਰ ਤੇ। ਉੱਥੋਂ ਪਤਾ ਲੱਗਦਾ ਵੀ ਇਹਨਾਂ ਦਾ ਮਾਨਸਿਕਤਾ ਇਹਨਾਂ ਦੀ ਕੀ ਹੈ ਤੇ ਇਹ ਇਹਨਾਂ ਦੇ ਕੀ ਮਨਸੂਬੇ ਹੈ, ਆਉਣ ਵਾਲੇ ਦਿਨਾਂ 'ਚ ਕੀ ਕਰਨਾ ਚਾਹੁੰਦੇ ਹੈ। ਬਿਲਕੁਲ ਉੱਥੋਂ ਪਤਾ ਤਾਂ ਲੱਗਦਾ ਇਹਨਾਂ ਦਾ ਕਿੱਦਾਂ ਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ। ਤੇ ਦੂਜੇ ਨੰਬਰ ਦੇ ਉੱਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜੋ ਆਪਾਂ ਦੇਖੋ ਸਾਰੇ ਜੋ ਵਕੀਲ ਸਾਹਿਬਾਨ ਦੱਸਦੇ ਨੇ ਹੁਣ ਤੱਕ ਸੁਣੇ ਆਪਾਂ ਸਾਰਿਆਂ ਨੇ, ਇਹੀ ਸੁਣਨ ਵਿੱਚ ਆਇਆ। ਦੇਖੋ ਬਾਕੀ ਇਹ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੱਸਣ ਵੀ ਜਿਹੜਾ ਖੇਤੀ ਦਾ ਵਿਸ਼ਾ ਹੈ ਇਹ ਸਟੇਟ ਸਬਜੈਕਟ ਹੈ, ਸਟੇਟ ਸਬਜੈਕਟ ਹੈ, ਜਿਹੜਾ ਭਾਵ ਕਿ ਇਹ ਦੂਜੀ ਸੂਚੀ ਦੇ ਵਿੱਚ ਸੂਬਿਆਂ ਦੇ ਅਧਿਕਾਰਾਂ ਵਿੱਚ ਆਉਂਦਾ ਖੇਤੀ, ਜਿਹੜਾ ਖੇਤੀ ਦਾ ਵਿਸ਼ਾ ਹੈ। ਤੇ ਖੇਤੀ ਨਾਲ ਸੰਬੰਧਿਤ ਕੋਈ ਕਾਨੂੰਨ ਕੇਂਦਰ ਸਰਕਾਰ ਬਣਾ ਨਹੀਂ ਸਕਦੀ ਜੀ। ਤੇ ਇਹ ਕਹਿ ਲਓ ਆਪਾਂ ਵੀ ਗੈਰ ਵਿਧਾਨਕ ਨੇ ਤਿੰਨੇ ਕਾਲੇ ਕਾਨੂੰਨ, ਇਹ ਕਹਿ ਲਓ ਵੀ ਸੂਬਿਆਂ ਦੇ ਹੱਕਾਂ ਤੇ ਡਾਕਾ ਹੈ, ਇਹ ਸੰਘੀ ਢਾਂਚੇ ਦੇ ਉੱਤੇ ਹਮਲਾ ਹੈ। ਸੋ ਇਸ ਨੁਕਤੇ ਨੂੰ ਵੀ ਸੁਪਰੀਮ ਕੋਰਟ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਬਿਲਕੁਲ ਵੀ ਕੀ ਇਹ ਕਾਨੂੰਨ ਕੇਂਦਰ ਸਰਕਾਰ ਸੰਵਿਧਾਨ ਦੇ ਵਿੱਚ ਰਹਿ ਕੇ ਕਾਨੂੰਨ ਬਣਾਏ ਇਹ ਤਿੰਨੇ? ਨਹੀਂ, ਵਿੱਚ ਤਾਂ ਮੀਟਿੰਗਾਂ 'ਚ ਮੈਂ ਵੀ ਸੁਣਦਾ ਆ ਰਿਹਾ ਕਿਉਂਕਿ ਆਪਾਂ ਸਾਰੇ ਸੁਣਦੇ ਆ ਜੋ ਕੁਝ ਹੋਇਆ ਵੀ ਉਹਨਾਂ ਦੇ ਮੰਤਰੀ ਕਹਿੰਦੇ ਇੱਕ ਮੀਟਿੰਗ 'ਚ ਇਹ ਵੀ ਮੰਨ ਕੇ ਕਹਿੰਦੇ ਜਾਂ ਕਿਵੇਂ ਲੈ ਲਓ ਵੀ ਉਹਨਾਂ ਤੋਂ ਸੱਚਾਈ ਪ੍ਰਗਟ ਹੋ ਗਈ, ਕਹਿੰਦੇ ਜੀ ਇਹ ਕਾਨੂੰਨ ਟ੍ਰੇਡ ਤੇ ਵਪਾਰ ਨਾਲ ਸੰਬੰਧਿਤ ਹੈ। ਫਿਰ ਜੋ ਤੁਸੀਂ ਮੰਨ ਗਏ ਟ੍ਰੇਡ ਤੇ ਵਪਾਰ ਨੂੰ ਕਿਸਾਨੀ ਕਾਨੂੰਨ ਕਾਹਤੋਂ ਕਹਿੰਦੇ ਫਿਰ ਇਹਨਾਂ ਨੂੰ ਜੀ? ਕਿਸਾਨ ਦਾ ਭਲਾ ਕਿਵੇਂ ਕਹੀ ਜਾਂਦੇ ਜੀ? ਬਿਲਕੁਲ ਫਿਰ ਕਿਸਾਨ ਦਾ ਭਲਾ ਕਿੱਦਾਂ, ਕਿਸਾਨ ਦੀ ਆਮਦਨ ਦੁੱਗਣੀ ਕਿੱਦਾਂ, ਇਹ ਕਿੱਦਾਂ ਹੋ ਸਕਦਾ ਹੈ? ਸੋ ਕਹਿਣ ਦਾ ਭਾਵ ਕੀ ਹੈ ਵੀ ਏਦਾਂ ਇਹਦੇ ਵਿੱਚ ਬਹੁਤ ਕੁਝ ਹੈ। ਸੋ ਇਹ ਇਸੇ ਗੱਲ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਸਾਰਿਆਂ ਨੂੰ, ਸਾਰੇ ਵਕੀਲ ਸਾਹਿਬਾ ਵੀ ਜੋ ਸਾਰਾ ਵੀ ਇਹਨਾਂ ਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਹੀ ਨਹੀਂ ਕਿਉਂਕਿ ਸਟੇਟ ਸਬਜੈਕਟ ਹੈ। ਜਿਹੜਾ ਖੇਤੀ ਸੰਬੰਧੀ ਕਾਨੂੰਨ ਬਣਾਉਣੇ ਇਹ ਦੂਜੀ ਸੂਚੀ ਦੇ ਵਿੱਚ ਹੈ, ਇਹ ਸੂਬਿਆਂ ਦੇ ਰਾਈਟ ਦੇ ਵਿੱਚ ਹੈ। ਇਸ ਕਰਕੇ ਇਹਦੇ ਵਿੱਚ ਕੇਂਦਰ ਦਖਲ ਨਹੀਂ ਦੇ ਸਕਦਾ। ਇਸ ਕਰਕੇ ਜੇ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹਾਂ ਇੱਥੇ ਹੀ ਬਣਦਾ। ਤੇ MSP ਜਿਹੜੀ ਹੈ ਉਹ ਸਾਰੇ ਮੰਗ ਕਰ ਹੀ ਰਹੇ ਆ ਵੀ ਉਹਦਾ ਕਾਨੂੰਨੀ ਅਧਿਕਾਰ ਬਣ ਜੇ, ਕਾਨੂੰਨੀ ਅਧਿਕਾਰ ਹੋ ਜੇ। ਤੇ ਮੇਰੇ ਖਿਆਲ ਸਾਰੇ ਭਾਰਤ ਦੇ ਕਿਸਾਨ ਆ ਜਿਹੜੇ ਕਿਵੇਂ ਅੱਜ ਬਿਹਾਰ ਦੇ ਉਹ ਕਿਸਾਨ 5-5 7-7 ਕਿੱਲੇ ਵਾਲੇ ਜਿਹੜੇ ਅੱਜ ਪੰਜਾਬ ਦੇ ਵਿੱਚ ਲੇਬਰ ਕਰਨ ਆਉਂਦੇ ਆ, ਉਹ ਲੇਬਰ ਕਰਨ ਵਾਲੇ ਸਾਰੇ ਬਿਹਾਰ ਦੇ ਕਿਸਾਨ ਨੇ। ਬਿਲਕੁਲ ਬਿਲਕੁਲ ਸਹੀ ਗੱਲ। ਜਿਨ੍ਹਾਂ ਦਾ 2006 ਤੋਂ ਬਾਅਦ ਬੁਰਾ ਹਾਲ ਹੋਇਆ, ਜਿਨ੍ਹਾਂ ਦਾ ਜਿੱਥੇ ਅੱਜ ਵੀ ਝੋਨਾ 1200 ਰੁਪਏ ਵਿਕ ਰਿਹਾ ਹੈ। ਬਿਲਕੁਲ ਅੱਜ ਵੀ ਝੋਨਾ ਜਿੱਥੇ ਜਿਹੜੇ ਕਹਿੰਦੇ ਦੁੱਗਣੀ ਆਮਦਨ ਹੋ ਜੂ ਜਿਹੜੇ ਕਹਿੰਦੇ ਆ। ਸੋ ਇਹ MSP ਜਿਹੜੀ ਹੈ ਇਹ ਜਾਨੀ ਕਿ ਇੱਕ ਕਾਨੂੰਨ ਬਣ ਜਾਵੇ ਤੇ ਵੀ ਇਦੋਂ ਘੱਟ ਖਰੀਦਣਾ ਕਾਨੂੰਨੀ ਅਪਰਾਧ ਹੈ। ਤੇ ਮੇਰਾ ਖਿਆਲ ਸਾਰੇ ਯੂਪੀ ਦੇ ਬਿਹਾਰ ਸਾਰੇ ਸੂਬਿਆਂ ਦੇ ਕਹਿ ਲਓ ਕੱਲਾ ਗਿਣਨਾ ਕੀ ਹੈ, ਕਿਸਾਨ ਖੁਸ਼ਹਾਲ ਹੋ ਸਕਦੇ ਆ। ਸੋ MSP ਤੇ ਕਾਨੂੰਨ ਬਣੇ, ਇਹ ਕਾਲੇ ਕਾਨੂੰਨ ਹੈ ਜਿਹੜੇ ਵਾਪਸ ਹੋਣ। ਸੋ ਜੋ ਬਾਕੀ ਤਾਂ ਚਲੋ ਪਰਾਲੀ ਵਗੈਰਾ ਹੋਰ ਉਹ ਮਸਲੇ ਤਾਂ ਹੱਲ ਹੋ ਜਾਣੇ ਆ। ਸੋ ਇਹ ਇੱਥੇ ਹੁਣ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਵੀ ਏਜੰਸੀਆਂ ਗਲਤ ਖਬਰਾਂ ਫੈਲਾ ਰਹੀਆਂ ਨੇ। ਦੂਜੇ ਪਾਸੇ ਹੁਣ ਇਹਨਾਂ ਨੇ ਕੇਂਦਰ ਸਰਕਾਰ ਨੇ ਇਹ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸੋਚ ਸਮਝ ਕੇ ਕਦਮ ਚੁੱਕਣ ਦੀ ਲੋੜ ਹੈ। ਚਲੋ ਬੜੇ ਵਕੀਲ ਸੁਪਰੀਮ ਕੋਰਟ ਦੇ ਵਕੀਲ ਵੀ ਸਲਾਹਕਾਰ ਬਣੇ ਹੋਏ ਆ ਕਿਸਾਨ ਜਥੇਬੰਦੀਆਂ ਦੇ। ਇੱਧਰ ਸਾਡੇ ਹਾਈ ਕੋਰਟ ਦੇ ਵਿੱਚ ਵੀ ਬਹੁਤ ਸਿਆਣੇ ਵਕੀਲ ਬੈਠੇ ਆ ਜੋ ਸਮੇਂ ਦੇ ਉੱਤੇ ਸਹੀ ਸੇਧ ਦੇਣਗੇ ਕਿਸਾਨ ਜਥੇਬੰਦੀਆਂ ਨੂੰ। ਤੇ ਕਿਸਾਨ ਜਥੇਬੰਦੀਆਂ ਵੀ ਆਪਸੀ ਏਕੇ ਦੇ ਨਾਲ ਜਾਣੀ ਕਿ ਬਿਲਕੁਲ ਸਮਝ ਕੇ ਕਦਮ ਚੱਕਦੀਆਂ ਰਹਿਣਗੀਆਂ। ਬਿਲਕੁਲ ਇਹ ਅਸੀਂ ਅਰਦਾਸ ਕਰਦੇ ਹਾਂ, ਇਹੀ ਆਸ ਕਰਦੇ ਹਾਂ ਵੀ ਜਿਸ ਮਿਸ਼ਨ ਨੂੰ ਲੈ ਕੇ ਅਸੀਂ ਪੰਜਾਬ ਤੋਂ ਨਿਕਲੇ ਸੀ ਉਹ ਮਿਸ਼ਨ ਫਤਿਹ ਹੋਵੇ। ਤੇ ਹਮੇਸ਼ਾ ਇਹ ਜਿਹੜੀ ਸਾਈਕੋਲੋਜੀਕਲ ਵਾਰਫੇਅਰ ਹੈ ਇਹ ਹਰ ਜੰਗ ਦਾ ਹਿੱਸਾ ਰਹੀ ਹੈ। ਤੇ ਇਸ ਵੇਲੇ ਜਿਹੜਾ ਸੁਪਰੀਮ ਕੋਰਟ ਨੂੰ ਟੂਲ ਬਣਾ ਕੇ ਵਰਤਣ ਦੀ ਕੋਸ਼ਿਸ਼ BJP ਕਰ ਰਹੀ ਹੈ ਉਹ ਸਪਸ਼ਟ ਨਜ਼ਰ ਆ ਰਿਹਾ। ਜਿਹੜੀ ਕਮੇਟੀ ਬਣਾਈ ਗਈ ਉੱਥੋਂ ਗੱਲ ਸਪਸ਼ਟ ਹੋ ਗਈ, ਜਿਵੇਂ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਦੱਸਿਆ। ਅਖੀਰ ਤੇ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ। ਤੇ ਇੱਥੇ ਤੁਹਾਨੂੰ ਅਸੀਂ ਫਤਿਹ ਬੁਲਾਵਾਂਗੇ ਕਿਉਂਕਿ ਇਸ ਤੋਂ ਬਾਅਦ ਅਸੀਂ ਕਾਲਸ ਲੈਣੀਆਂ ਨੇ। 10-15 ਮਿੰਟ ਰਹਿ ਗਏ ਨੇ ਪ੍ਰੋਗਰਾਮ ਦੇ ਹੋਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ। ਕਾਲਸ ਵਾਸਤੇ ਮੇਰੇ ਤੋਂ ਪੂਰੇ 15 ਮਿੰਟ ਨੇ, ਪੂਰੇ 15 ਮਿੰਟ ਮੈਂ ਤੁਹਾਨੂੰ ਕਾਲਸ ਵਾਸਤੇ ਦੇਵਾਂਗਾ। ਉਸ ਤੋਂ ਬਾਅਦ ਇੱਕ ਪ੍ਰੀਮੀਅਰ ਚੱਲਣਾ ਹੈ ਸਿੰਘਨਾਦ ਪੇਜ ਦੇ ਉੱਤੇ, ਪ੍ਰੀਮੀਅਰ ਚੱਲਣੀ ਆ ਇੰਟਰਵਿਊ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੀ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ